भाई उरे आ जाओ, दरी पे आ जाओ। हेलो हेलो जिंदाबाद जिंदाबाद एक्शन पावर का मुर्दाबाद मुर्दाबाद एक्शन पावर का मुर्दाबाद हिमांशु संधू मुर्दाबाद कलरी करते मुर्दाबाद पंजाब सरकार मुर्दाबाद पंजाब सरकार मुर्दाबाद साडा एक जिंदाबाद पंजाब सरकार मुर्दाबाद एक्शन हिमांशु संधू मुर्दाबाद एक्शन हिमांशु संधू मुर्दाबाद गैलरी करते मुर्दाबाद पुडा प्रशासन मुर्दाबाद पुडा प्रशासन मुर्दाबाद। ਹਾਂਜੀ ਭਾਜੀ ਕਿਹੜੀ ਜਥੇਬੰਦੀ ਆ, ਕਿਹੜੀਆਂ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਹੋ ਤੁਸੀਂ? ਹਾਂਜੀ, ਜਥੇਬੰਦੀ ਜੀ ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ। ਤੇ ਸਾਡੀਆਂ ਮੰਗਾਂ ਨੇ ਜੀ, ਇੱਕ ਤਾਂ ਕੁਝ ਮੁਲਾਜ਼ਮ 20-25 ਇਹਨਾਂ ਨੇ ਕੰਮ ਤੋਂ ਕੱਢੇ ਹੋਏ ਨੇ, ਤੇ ਇੱਕ ਸਾਡਾ ਲੋਕਡਾਊਨ ਦਾ 19-20 ਮਹੀਨੇ ਦਾ ਏਰੀਅਲ ਹੈ ਜੀ, ਉਹ ਨਹੀਂ ਜੇ ਤੱਕ ਇਹਨਾਂ ਨੇ ਦਿੱਤਾ। ਤੇ ਸਾਡਾ ਬੋਨਸ 2 ਸਾਲ ਦਾ ਪਿਛਲਾ ਰਹਿੰਦਾ, ਜਦੋਂ ਕਿ ਉੱਪਰੋਂ ਸਰਕਾਰ ਵੱਲੋਂ ਹਦਾਇਤਾਂ ਹੋਈਆਂ ਤੇ ਸਾਡੇ ਸੀਏ ਵੱਲੋਂ ਵੀ ਆਰਡਰ ਹੋਏ ਨੇ, ਠੇਕੇਦਾਰਾਂ ਦਾ ਦੇਣਾ ਬਣਦਾ, ਪਰ ਇਹ ਮਹਿਕਮੇ ਵਾਲੇ ਕੁਝ ਟਾਲ ਮਟੋਲ ਕਰੀ ਜਾਂਦੇ ਨੇ। ਧਰਨਾ ਕਿਸ ਦੇ ਖਿਲਾਫ ਲਗਾਇਆ ਹੋਇਆ ਜੀ? ਧਰਨਾ ਜੀ ਐਕਸ਼ਨ ਜਲ ਸਪਲਾਈ ਦਾ ਹੈਗਾ ਜੀ, ਐਕਸ਼ਨ ਹਿਮਾਂਸ਼ੂ ਸੰਧੂ ਜੀ। ਤੇ ਮੰਗਾਂ ਜੇਕਰ ਮੰਨੀਆਂ ਨਹੀਂ ਜਾਂਦੀਆਂ ਤਾਂ ਕੀ ਤੁਹਾਡਾ ਰੁਖ ਇਖਤਿਆਰ ਕਰੋਗੇ, ਕੀ ਤੁਹਾਡਾ ਅਗਲੀ ਪਲਾਨਿੰਗ ਹੋਵੇਗੀ? ਅਗਲੀ ਪਲੈਨਿੰਗ ਤਾਂ ਅਜੇ ਰਣਨੀਤੀ ਤਿਆਰ ਕਰ ਰਹੇ ਹਾਂ ਜੀ, ਜੋ ਵੀ ਉੱਪਰੋਂ ਫੈਸਲਾ ਹੋਊਗਾ ਜਥੇਬੰਦੀ ਦਾ ਸਾਡਾ, ਉਹ ਅਸੀਂ ਕਰਾਂਗੇ। कितने साथी ਤੁਹਾਡੇ ਭੁੱਖ ਹੜਤਾਲ ਤੇ ਬੈਠੇ? ਸਾਡੇ 5 ਸਾਥੀ ਡੇਲੀ ਬੈਠਦੇ कितने दिन तो ये धरना प्रदर्शन चल रहा है? ਇਹ 17 ਤਰੀਕ ਤੋਂ ਲਗਾਤਾਰ ਚੱਲ ਰਿਹਾ, ਕੋਈ ਸਮਾਂ ਦਿੱਤਾ ਕਿ ਇੰਨੇ ਸਮੇਂ ਤੱਕ, ਅਣਮਿੱਥੇ ਸਮੇਂ ਦਾ ਜੀ? ਅਣਮਿੱਥੇ ਸਮੇਂ ਤੱਕ ਹੈ ਜੀ। ਕੋਈ ਅਧਿਕਾਰੀ ਨੇ ਮਿਲਣ ਦੀ ਕੋਸ਼ਿਸ਼ ਕੀਤੀ ਹੈ ਤੁਹਾਡੇ ਨਾਲ? ਨਹੀਂ ਅਜੇ ਤੱਕ ਕਿਸੇ ਅਧਿਕਾਰੀ ਨਾਲ ਕੋਈ ਸਾਡੀ ਗੱਲਬਾਤ ਨਹੀਂ ਹੋਈ, ਨਾ ਹੀ ਕਿਸੇ ਨੇ ਕੁਛ। ਅੱਜ ਤੁਸੀਂ ਪੁਤਲਾ ਵੀ ਛਾੜ ਰਹੇ ਹੋ? ਹਾਂਜੀ ਅੱਜ ਅਸੀਂ ਪੁਤਲਾ ਸਾੜਨਾ ਦਫ਼ਤਰ ਦੇ ਅੰਦਰ ਜੀ। किदा साड़ रहे पुतला? ਐਕਸ਼ਨ ਸੰਧੂ ਦਾ ਜੀ। आजो बाबू ਮੈਂ ਹਿਮਾਂਸ਼ੂ ਸੰਧੂ ਜੀ। ਤੁਹਾਡੇ ਦਫ਼ਤਰ ਦੇ ਬਾਹਰ ਨਾ ਧਰਨਾ ਬਦਲ ਸੁਣਾਇਆ ਤੁਹਾਡੇ ਕਰਮਚਾਰੀਆਂ ਵੱਲੋਂ। ਮੇਰੇ ਕਰਮਚਾਰੀ ਜੀ, ਪਹਿਲੀ ਗੱਲ ਤੇ ਜੀ ਉਹ ਸਾਡੇ ਕਰਮਚਾਰੀ ਨਹੀਂ ਨੇ, ਠੀਕ ਹੈ ਜੀ। ਅਸੀਂ ਠੇਕੇਦਾਰ ਸਾਡੇ ਨਾਲ ਕੰਟਰੈਕਟ 'ਚ ਰਹਿੰਦੇ ਆ, ਠੀਕ ਹੈ ਜੀ। ਕੰਟਰੈਕਟਰ ਦੇ ਥਰੂ ਕੰਮ ਕਰਾਈਦਾ, ਉਹ ਅੱਗੇ ਠੇਕੇਦਾਰ ਦੇ ਕਰਮਚਾਰੀ ਨੇ ਸਾਡੇ ਲਈ। ਕੁਝ ਉਹਨਾਂ ਦੇ ਵੱਲੋਂ ਇਲਜ਼ਾਮ ਲਾਏ ਗਏ ਜੀ, ਤੁਸੀਂ ਆਪਣੇ ਬੰਦਿਆਂ ਨੂੰ ਲਾ ਕੇ ਉਹਨਾਂ ਨੂੰ ਹਟਾਇਆ ਗਿਆ। ਆਪਣੇ ਬੰਦੇ ਨੂੰ ਲਗਾ ਕੇ ਤੁਸੀਂ ਆਪਣੇ ਬੰਦਿਆਂ ਨੂੰ ਜਾਣਕਾਰ ਬੰਦੇ ਜਿਹੜੇ ਕਿ ਜਿਨ੍ਹਾਂ ਦੀ ਉਮਰ 60 ਸਾਲ ਤੋਂ ਉੱਤੇ ਵੀ ਆ, ਉਹਨਾਂ ਨੂੰ ਅਪਾਇੰਟ ਕੀਤਾ? ਅਸੀਂ ਕੋਈ ਬੰਦਾ ਨਾ ਲਗਾਇਆ, ਨਾ ਕੋਈ ਬੰਦਾ ਅਸੀਂ ਕੱਢੀਦਾ। ਅਸੀਂ ਠੇਕੇਦਾਰ ਨੂੰ ਬੰਦੇ ਲਗਾਉਣ ਲਈ ਕਹੀਦਾ, ਉਹਦੇ ਥਰੂ ਹੀ ਬੰਦੇ ਲਗਾਏ ਜਾਂਦੇ ਹਨ। ਕਿਹੜੇ ਬੰਦੇ ਲਗਾਏ ਜਾਂਦੇ ਆ, ਕਿਹੜੇ ਨਹੀਂ ਲਗਾਏ ਜਾਂਦੇ, ਇਹ ਠੇਕੇਦਾਰ ਦੀ ਮਰਜ਼ੀ ਹੁੰਦੀ ਹੈ। ਸਿਰਫ ਜੇ ਕੋਈ ਅਨਸੁਖਾਵੀ ਘਟਨਾ ਹੁੰਦੀ ਹੈ ਜਾਂ ਕੋਈ ਬੰਦਾ ਕੰਮ ਨਹੀਂ ਕਰਦਾ ਹੈ, ਉਸ ਕੇਸ 'ਚ ਡਿਪਾਰਟਮੈਂਟ ਉਸ ਦੇ ਖਿਲਾਫ ਕਾਰਵਾਈ ਕਰਦਾ ਹੈ, ਜਿਹੜਾ ਕਿ ਇਸ ਕੇਸ ਵਿੱਚ ਕੁਝ ਵੀ ਹਾਲੇ ਤੱਕ ਇਦਾਂ ਦਾ ਨਹੀਂ ਹੋਇਆ। ਉਹਨਾਂ ਨੇ ਇਹ ਗੱਲ ਕਹੀ ਗਈ ਹੈ ਵੀ ਨਾ ਤਾਂ ਸਾਨੂੰ ਕੋਈ ਅਧਿਕਾਰੀ ਸਾਨੂੰ ਮਿਲਣ ਆਇਆ, ਧਰਨਾ ਸਾਡਾ 10 ਦਿਨ ਦੇਖੋ ਜੀ, ਮੇਰੇ ਆ ਫੋਨ ਪਿਆ, ਇਹਦੇ 'ਚ ਕਾਲ ਲੱਗੀ ਹੋਈ ਹੈ, ਠੀਕ ਹੈ ਨਾ। ਉਹਨਾਂ ਨੂੰ ਬੁਲਾਇਆ ਸੀਗਾ ਲਾਸਟ ਵੀਕ, ਜਿੱਦਣ ਇਹਨੇ ਧਰਨਾ ਸ਼ੁਰੂ ਕਰਨਾ ਸੀ ਉਸ ਤੋਂ ਪਹਿਲਾਂ ਇਹਨਾਂ ਨੂੰ ਬੁਲਾਇਆ ਗਿਆ ਕਿ 9 ਵਜੇ ਆ ਕੇ ਦਫ਼ਤਰ ਦੇ ਵਿੱਚ ਤੁਸੀਂ ਆਪਣਾ ਦੱਸੋ ਜੇ ਕੋਈ ਕਮੀ ਪੇਸ਼ੀ ਰਹਿੰਦੀ ਹੈ। ਉਹਨਾਂ ਵੱਲੋਂ ਇਹ ਮੰਗ ਪੱਤਰ ਦਿੱਤਾ ਗਿਆ ਸੀ, ਇਹਦੇ ਤੁਹਾਨੂੰ ਲੜੀਵਾਰ ਇੱਕ ਵਾਰ ਤੁਹਾਨੂੰ ਦਿਖਾ ਵੀ ਦਿੰਦੇ ਆ, ਠੀਕ ਹੈ ਨਾ। ਇਹ ਲੜੀਵਾਰ ਇਹਨਾਂ ਦੀ ਮੰਗਾਂ ਸੀਗੀਆਂ, ਜਿਹੜਾ ਕਿ ਆਲਰੇਡੀ ਸਾਰੀਆਂ ਪੂਰਨ ਕਰ ਦਿੱਤੀਆਂ ਗਈਆਂ, ਜਿਹੜੇ ਕਿ ਇਸ ਦਫ਼ਤਰ ਨਾਲ ਸੰਬੰਧਿਤ ਸੀਗੀਆਂ। ਉਹਨਾਂ ਦੇ ਵੱਲੋਂ ਬਕਾਇਦਾ ਤੁਹਾਡਾ ਨਾਮ ਲੈ ਕੇ ਕਿਹਾ ਗਿਆ ਕਿ ਤੁਹਾਡੇ ਨਾਲ 12 ਵਾਰ ਮੀਟਿੰਗ ਹੋ ਚੁੱਕੀ ਹੈ, ਪਰ ਬੇਸਿਕਾ ਨਿਕਲੀ ਹੈ। 20 ਵਾਰ ਮੀਟਿੰਗ ਹੋ ਚੁੱਕੀ ਹੈ ਜੀ। ਤੇ ਜਿਹੜੀਆਂ ਉਹਨਾਂ ਦੀ ਮੰਗਾਂ ਆਪਾਂ ਆਲਰੇਡੀ ਹੱਲ ਕਰ ਚੁੱਕੇ ਆ, ਉਹਦੇ ਬਾਰੇ ਉਹਨਾਂ ਵੱਲੋਂ ਕੋਈ ਹੁੰਗਾਰਾ ਨਹੀਂ ਭਰਿਆ ਜਾਂਦਾ। ਤੁਹਾਡੇ ਵੱਲੋਂ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਜੀ ਤੁਹਾਡੀਆਂ ਮੰਗਾਂ ਪੂਰੀਆਂ? ਅਗਲਿਆਂ ਨੇ ਤਨਖਾਹ ਜਿਹੜੀ ਉਹਨਾਂ ਦੀ ESI EPF ਦੀ ਕੋਈ ਨਹੀਂ ਹੋਈ ਸੀਗੀ ਸਹੂਲਤ ਕਿਸੇ ਦੀ, ਉਹਨੂੰ ਜਦ ਸਹੂਲਤ ਮਿਲ ਗਈ, ਅਗਲੇ ਨੂੰ ਬੋਨਸ ਉਹਦੇ ਖਾਤੇ 'ਚ ਪੈ ਗਿਆ, ਤੇ ਕੀ ਸਾਨੂੰ ਲਿਖਤੀ 'ਚ ਕੋਈ ਇੰਟੀਮੇਸ਼ਨ? ਮੇਰੇ ਲਈ ਕੋਈ ਖੁਦ ਦੇ ਵਰਕਰ ਨੇ ਉਹ, ਮੈਂ ਤਾਂ ਠੇਕੇਦਾਰ ਨੂੰ ਕਿਹਾ, ਠੇਕੇਦਾਰ ਨੇ ਉਹਨਾਂ ਦੇ ਖਾਤੇ 'ਚ ਪਵਾਤੇ। ਠੇਕੇਦਾਰ ਨੇ ਆ ਕੇ ਮੈਨੂੰ ਦੱਸਤਾ ਕਿ ਹਾਂਜੀ ਜੀ ਅਸੀਂ ਪੈਸੇ ਪਵਾਤੇ, ਤੇ ਹੁਣ ਮੈਂ ਕੋਈ ਵੱਖਰੀ ਇੰਟੀਮੇਸ਼ਨ ਕਰਨੀ ਹੈ ਜੀ ਅੱਗੇ? ਕਿਹਾ ਜਾਂਦਾ ਜੀ ਉਹ ਸਾਡੇ ਤਾਂ ਕੁਝ DA ਵੀ ਨਹੀਂ ਆਇਆ ਗਿਆ ਸਾਨੂੰ। ਉਹ ਹਰ ਵਾਰੀ ਜੀ ਦੇਖੋ, ਹਰ ਮਹੀਨੇ ਇੱਕ ਬੰਦਾ ਕੋਈ ਖੜਾ ਹੋ ਜਾਂਦਾ ਉਹਨਾਂ ਚੋਂ ਕਿ ਜੀ ਕਹਿੰਦਾ ਕਿ ਮੇਰੀ ਤਨਖਾਹ ਘੱਟ ਪੈ ਗਈ ਜੀ, ਮੈਨੂੰ ਇਹ ਸਹੂਲਤ ਨਹੀਂ ਮਿਲੀ ਜੀ, ਮੈਨੂੰ ਇਹ ਸਹੂਲਤ ਨਹੀਂ ਮਿਲੀ। ਅਸੀਂ ਇਹਨਾਂ ਨੂੰ ਕਿਹਾ ਸੀ ਕਿ ਇੱਕ ਪੁਖਤਾ ਡਿਟੇਲ ਲੈ ਕੇ ਆਓ। ਤੁਸੀਂ ਗੱਲ ਕਰਦੇ ਹੋ ESI ਦੀ, ਤੁਸੀਂ ਗੱਲ ਕਰਦੇ ਹੋ EPF ਦੀ, ਤੁਸੀਂ ਗੱਲ ਕਰਦੇ ਹੋ ਬੋਨਸ ਦੀ, ਠੀਕ ਹੈ ਜੀ। ਇਹ 3 ਚੀਜ਼ਾਂ ਦੀ ਗੱਲ ਹੈ, ਜੋ ਦੀ ਵੀ ਉਨੀ ਜ਼ਿੰਮੇਵਾਰੀ ਜਿੰਨੀ ਠੇਕੇਦਾਰ ਦੀ ਬਣਦੀ ਹੈ। ਅਸੀਂ ਠੇਕੇਦਾਰ ਦੇ ਥਰੂ ਕੰਮ ਕਰਵਾਉਣਾ ਹੈ, ਠੇਕੇਦਾਰ ਨੂੰ ਪੇਮੈਂਟ ਹੋਈ ਨਹੀਂ ਹੋਈ ਇਹ ਉਹਦੀ ਜ਼ਿੰਮੇਵਾਰੀ ਹੁੰਦੀ ਹੈ, ਇਹ ਅਸੀਂ ਦੇਖਣਾ ਹੈ। ਅਸੀਂ ਫਿਰ ਵੀ ਇਹਨਾਂ ਬੰਦਿਆਂ ਦੀ ਹਰ ਇੱਕ ਮਹੀਨੇ ਦੀ ਤਨਖਾਹ, ਉਹਨਾਂ ਦਾ ESI ਦਾ ਕਾਰਡ, EPF ਦਾ ਕਾਰਡ ਪਲੱਸ ਬੋਨਸ
ਸਾਰਿਆਂ ਦੇ ਖਾਤੇ ਵਿੱਚ ਪੈ ਚੁੱਕਾ ਹੈ। ਤੁਸੀਂ ਆਪਣੇ ਪੱਧਰ ਤੇ ਜਾ ਕੇ ਵੈਰੀਫਾਈ ਕਰ ਸਕਦੇ ਹੋ। ਪ੍ਰਦਰਸ਼ਨ- ਉਹਦੀ ਵੈਰੀਫਿਕੇਸ਼ਨ ਅਸੀਂ ਨਹੀਂ ਦੇ ਸਕਦੇ, ਕਿਉਂਕਿ ਅਸੀਂ ਠੇਕੇਦਾਰ ਨੂੰ ਪੇਮੈਂਟ ਕਰਦੇ ਹਾਂ। ਅਸੀਂ ਤੁਹਾਨੂੰ ਇੰਨਾ ਵੈਰੀਫਾਈ ਕਰ ਸਕਦੇ ਹਾਂ ਕਿ ਠੇਕੇਦਾਰ ਨੂੰ ਕਿੱਦਾਂ ਤੱਕ ਦੀ ਪੇਮੈਂਟ ਕੀਤੀ ਹੈ। ਲੇਕਿਨ ਤੁਸੀਂ ਉਹਨਾਂ ਨੂੰ ਜੰਗ ਵਿੱਚ ਜਾ ਕੇ ਧਰਨੇ ਵਿੱਚ ਜਾਣਕਾਰੀ ਤੋਂ ਦੇ ਸਕਦੇ ਹੋ ਸਾਡੇ ਵੱਲੋਂ। ਮੈਂ ਤਾਂ ਤੁਹਾਨੂੰ ਦੱਸ ਰਿਹਾ, ਅਸੀਂ ਤੇ ਲਿਖਤੀ 'ਚ ਵੀ ਭੇਜ ਰਹੇ ਹਾਂ ਉਹਨਾਂ ਨੂੰ, ਬਾਰ-ਬਾਰ ਮੂੰਹ ਜ਼ਬਾਨੀ ਵੀ ਦੱਸਿਆ ਹੋਇਆ ਹੈ। ਤੇ ਜਿਹੜੇ ਬੰਦੇ ਉੱਥੇ ਬੈਠੇ ਨੇ ਉਹਨਾਂ ਦੇ ਖਾਤੇ 'ਚ ਪੈਸੇ ਵੀ ਪੈ ਚੁੱਕੇ ਨੇ। ਇਹਦੀ ਆਪਾਂ ਪੁਸ਼ਟੀ ਆਪਣੇ ਠੇਕੇਦਾਰ ਦੇ ਉਸ ਤੋਂ ਵੀ ਕਰਾ ਦਾਂਗੇ ਤੁਹਾਨੂੰ। ਪਰ ਉਹਨਾਂ ਦੇ ਠੀਕ ਹੈ ਵੱਲੋਂ ਜੀ। ਇੱਕ ਠੇਕੇਦਾਰ ਨੇ ਕਹਿੰਦੇ ਪੇਮੈਂਟ ਦਿੱਤੀ ਹੈ, ਬਾਕੀ ਕਿੰਨੇ ਨਹੀਂ ਕਹਿੰਦੇ ਦਿੱਤੀ। ਨਹੀਂ, ਹੁਣ ਇੱਕ ਦਾ ਨਾਮ ਲਿਆ ਕਿਹੜਾ ਇੱਕ ਠੇਕੇਦਾਰ ਕਿਹੜਾ ਨਹੀਂ ਦਿੱਤੀ, ਮੈਨੂੰ ਕੁਝ ਦੱਸਣਗੇ ਆ ਕੇ। ਹੁਣ ਆ ਤੁਹਾਡੇ ਮੂਹਰੇ ਮੰਗ ਪੱਤਰ ਵਿੱਚ ਕੀ ਤੁਹਾਨੂੰ ਕਲੀਅਰ ਹੋ ਰਿਹਾ ਮੈਨੂੰ ਦੱਸੋ। ਜੇ ਹੁਣ ਮੇਰੇ ਕੋਲ 150 ਬੰਦਾ ਹੈ, ਜੇ ਸਮਝ ਲਓ ਮੈਂ ਕਹਿ ਰਿਹਾ 140 ਨੂੰ ਸਹੂਲਤ ਮਿਲ ਗਈ ਹੈ, ਜੇ 10 ਨੂੰ ਨਹੀਂ ਮਿਲੀ ਤੇ ਕੋਈ ਲਿਸਟ ਤਾਂ ਲੈ ਕੇ ਆਣ ਕਿ ਜੀ ਆਹ 10 ਬੰਦੇ। ਹੁਣ ਮੈਨੂੰ ਤਾਂ ਇੱਕ ਬੰਦੇ ਦਾ ਵੀ ਨਹੀਂ ਨਾਮ ਪਤਾ, ਨਾ ਮੇਰੇ ਕੋਈ ਬੰਦਾ ਸਿੱਧਾ ਡਾਇਰੈਕਟਲੀ ਲਿੰਕਡ ਹੈ। ਤੁਸੀਂ ਕੋਈ ਮੂਲ ਲੈ ਕੇ ਤਾਂ ਆਓ ਨਾ ਮੇਰੇ ਕੋਲ ਕਿ ਜੀ ਆਹ 10 ਬੰਦਿਆਂ ਦਾ ਖਾਤਾ। ਮੈਂ ਇਹਨਾਂ ਨੂੰ ਕਹੀ ਤੁਸੀਂ ਆਪਣਾ ਖਾਤਾ ਲਿਆਓ, ਨਾਲ ਪਾਸਬੁੱਕ ਲਿਆਓ ਕਿ ਆਹ ਪੈਸੇ ਘੱਟ ਪਏ ਨੇ 4 ਬੰਦਿਆਂ ਦੇ, ਜੀ ਆਹ ਨਾਲ ਦੇ ਬੰਦੇ ਦੇ ਪੈਸੇ ਪੂਰੇ ਪਏ ਨੇ, ਤਾਂ ਕਿ ਮੇਰੇ ਕੋਲ ਕੁਝ ਹੋਵੇ ਲਿਖਤੀ ਕਾਰਵਾਈ ਕਰਨ ਨੂੰ, ਮੈਂ ਠੇਕੇਦਾਰ ਤੇ ਕਾਰਵਾਈ ਕਰੂੰਗਾ। ਜੇ ਉਹ ਲੈ ਕੇ ਆਉਣਾ ਮਤਲਬ ਕਿ ਆਪਣਾ ਸਾਰੀ ਡਿਟੇਲ ਤਾਂ ਮੈਂ ਤਾਂ ਜੀ 10 ਵਾਰੀ ਮੰਗ ਚੁੱਕਿਆ, 10 ਲਿਖਤੀ ਚ ਮੰਗ ਚੁੱਕੇ ਹਾਂ ਅਸੀਂ ਲਿਖਤੀ ਚ ਇਹਨਾਂ ਤੋਂ ਮੰਗ ਚੁੱਕੇ ਹਾਂ। ਮੀਟਿੰਗਾਂ ਹੋਈਆਂ, ਸੀਏ ਸਾਹਿਬ ਕੋਲ ਮੀਟਿੰਗ ਹੋਈ ਹੈ। ਸੀਏ ਸਾਹਿਬ ਨੇ ਆਪ ਇਹਨਾਂ ਨੂੰ ਆਖਿਆ ਕਿ ਜੀ ਤੁਸੀਂ ਆਪਣਾ ਰਿਕਾਰਡ ਦੇ ਕੇ ਜਾਓ, ਜਿਹੜੀ ਬੰਦੀ ਕਟੌਤੀ ਹੋਊਗੀ ਅਸੀਂ ਠੇਕੇਦਾਰ ਤੋਂ ਕਰਾਂਗੇ। ਹਿਮਾਂਸ਼ੂ ਜੀ ਗੱਲ ਕਰੀਏ ਧਰਨੇ ਵਿੱਚ ਕਾਜੀ ਤੁਹਾਨੂੰ ਤੁਹਾਡੇ ਉੱਤੇ ਮੇਨ ਟਾਰਗੇਟ ਲਿਆ ਗਿਆ। ਬਿਲਕੁਲ ਜੀ, ਇਹ ਮੈਨੂੰ ਨਹੀਂ ਟਾਰਗੇਟ, ਇਹ ਸੀ ਅਰਥੀ ਫੂਕ ਵੀ ਤੁਹਾਡਾ ਕਰ ਰਹੇ ਆ। ਇਹ ਇੱਕ ਸਿਰਫ ਗਵਰਨਮੈਂਟ EMPLOYEES ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਇਹ ਮੈਂ ਨਹੀਂ ਕਹਿ ਰਿਹਾ ਮੈਨੂੰ ਟਾਰਗੇਟ ਕੀਤਾ। ਮੇਰੇ ਤੋਂ ਪਹਿਲਾਂ ਜਿਹੜੇ ਮੇਰੇ ਪ੍ਰੈਡੀਸੈਸਰ ਸੀਗੇ ਉਹਨਾਂ ਦੇ ਵੀ ਇਦਾਂ ਨਾਰੇ ਲੱਗੇ ਨੇ, ਜਿਹੜੇ ਉਹਨਾਂ ਤੋਂ ਪਹਿਲਾਂ ਲਏ ਨੇ ਉਹਨਾਂ ਦੇ ਵੀ ਨਾਰੇ ਲੱਗੇ। ਮੈਂ ਨਹੀਂ ਕਹਿੰਦਾ ਮੈਨੂੰ ਟਾਰਗੇਟ ਕਰ ਰਹੇ ਨੇ, ਇਹ ਪ੍ਰਸ਼ਾਸਨ ਨੂੰ ਟਾਰਗੇਟ ਕਰ ਰਹੇ ਹੈ ਔਰ ਰੋਂਗ ਵੇ ਨਾਲ ਟਾਰਗੇਟ ਕਰ ਰਹੇ ਹੈ। ਅਗਰ ਇਹਨਾਂ ਦਾ ਕੋਈ ਗਿਲਾ ਸ਼ਿਕਵਾ ਹੈਗਾ, ਕੋਈ ਇਹਨਾਂ ਦੀ ਪੇਮੈਂਟ ਮਰੀ ਹੈ ਤੇ ਉਹ ਕੰਟਰੈਕਟਰ ਦੇ ਥਰੂ ਆਣੀ ਸੀਗੀ। ਉਹ ਕੰਟਰੈਕਟਰ ਦੇ ਘਰ ਦੇ ਬਾਹਰ ਜਾ ਕੇ ਧਰਨਾ ਲਾਉਂਦੇ, ਨਾ ਕਿ ਸਾਡੇ ਘਰ ਦੇ ਬਾਹਰ ਆ ਕੇ, ਜਿਨ੍ਹਾਂ ਨੇ ਅਸੀਂ ਸਾਰੇ ਆਪਣੇ ਵੱਖੋਂ ਸਾਰੇ ਪੈਸੇ ਦੇ ਚੁੱਕੇ ਹਾਂ। ਜੇ ਫਿਰ ਵੀ ਇਹਨਾਂ ਦੀ ਕੋਈ ਔਂਕੜ ਆਂਦੀ, ਇਹਨਾਂ ਨੂੰ ਲੀਗਲ ਇਹਨਾਂ ਕੋਲ ਆਪਸ਼ਨ ਹੈਗੀ ਹੈ ਇਹ ਠੇਕੇਦਾਰ ਦੇ ਥਰੂ ਜਾ ਕੇ ਕੋਰਟ 'ਚ ਲੜਨ ਜਾ ਕੇ। ਪਰ ਅਸੀਂ ਬੀਇੰਗ ਕਿ ਇੱਕ ਗਰੀਬ ਤਬਕਾ ਹੈ ਨਾ, ਇਹਨਾਂ ਕੋਲ ਇੰਨੀ ਸਹੂਲਤ ਨਹੀਂ ਹੈਗੀ ਹਰ ਪਾਸੇ ਜਾਣ ਦੀ। ਇਹਨਾਂ ਨੂੰ ਵਕੀਲ ਨਹੀਂ ਕਰ ਸਕਦੇ, ਇਹ ਨਹੀਂ ਕਰ ਸਕਦੇ। ਅਸੀਂ ਇਹਨਾਂ ਦੇ ਵਕੀਲ ਬਣੇ ਹੋਏ ਆ, ਅਸੀਂ ਠੇਕੇਦਾਰ ਨਾਲ ਲੜ ਰਹੇ ਹਾਂ, ਅਸੀਂ ਉਹਨਾਂ ਨਾਲ ਕੋਰਸਪੋਂਡੈਂਸ ਕਰ ਰਹੇ ਹਾਂ, ਅਸੀਂ ਐਡਵਾਂਸ 'ਚ ਇਹਨਾਂ ਨੂੰ ਤਨਖਾਹਾਂ ਦਵਾ ਰਹੇ ਹਾਂ। ਲੇਕਿਨ ਕਿਸੇ ਕਰਮਚਾਰੀ ਦਾ ਨਾਮ ਨਹੀਂ ਰਿਹਾ, ਤੁਹਾਡਾ ਨਾਮ ਲਿਆ ਰਿਹਾ, ਤੁਹਾਡੇ ਪ੍ਰਤੀ ਰੋਸ ਹੋਣਾ ਤਾਂ ਚਾਹੀਦਾ ਹੈ। ਮੈਂ ਤੁਹਾਨੂੰ ਇਹੀ ਦੱਸ ਰਿਹਾ ਜੀ, ਮੈਂ ਸੀ, ਹੁਣ ਇਸ ਤੋਂ ਪਹਿਲਾਂ ਹੋਰ ਵੀ ਸੀਗੇ, ਸਾਰਿਆਂ ਦੇ ਨਾਂ ਲਏ ਹੋਏ ਨੇ, ਸਾਰਿਆਂ ਦੀ ਵੀਡੀਓ ਰਿਕਾਰਡਿੰਗ ਆ ਸੇਮ ਆਹੀ। ਅਨਸਰ ਨੇ ਇਹੋ ਜਿਹੇ ਜਿਹੜੇ ਨੇ ਸ਼ਰਾਰਤੀ, ਉਹ ਜੀ ਜੋ ਮੈਨੂੰ ਪਤਾ ਹੈ ਲੱਗਣ ਚ ਆਇਆ ਕਿ ਇਹ ਲੋਕਾਂ ਨੂੰ ਭੜਕਾਉਂਦੇ ਨੇ, ਇਹ ਉਹਨਾਂ ਨੂੰ ਝੂਠੇ ਲਾਰੇ ਦਵਾ ਰਹੇ ਨੇ ਕਿ ਜੇ ਅਸੀਂ ਤੁਹਾਨੂੰ ਬੈਠੋਗੇ ਇੱਥੇ, ਤੁਹਾਨੂੰ ਇੱਥੇ ਬੈਠੇ ਨੂੰ ਤਨਖਾਹ ਮਿਲੇਗੀ, ਠੀਕ ਹੈ ਨਾ, ਤੁਹਾਨੂੰ ਅਸੀਂ ਪੱਕੇ ਵੀ ਕਰਵਾ ਦਾਂਗੇ। ਪਰ ਸਰ 44 ਡਿਗਰੀ ਤਾਪਮਾਨ ਦੇ ਵਿੱਚ ਕਿਹਦਾ ਦਿਲ ਕਰਦਾ ਦੇਖੋ ਧੁੱਪ ਦੇ ਵਿੱਚ ਉਹ ਬੈਠਣ ਨੂੰ ਜੀ ਨਹੀਂ ਕਰਦਾ, ਝਾੜੂ ਲਾਉਣ ਨੂੰ ਜੀ ਕਰਦਾ ਹੋਊਗਾ, ਉਹਦਾ ਕੱਸੀ ਚਲਾਉਣ ਨੂੰ ਜੀ ਕਰਦਾ ਹੋਊਗਾ 40 ਡਿਗਰੀ 'ਚ? ਨਹੀਂ ਨਾ ਜੀ। ਟੈਂਟ ਥੱਲੇ ਬਹਿਣਾ ਸੌਖਾ 40 ਡਿਗਰੀ 'ਚ, ਕੱਸੀ ਚਲਾਉਣਾ ਝਾੜੂ ਲਾਉਣਾ ਸੌਖਾ ਨਹੀਂ ਹੈ। ਅਸੀਂ ਉਹਨਾਂ ਨੂੰ ਉਸ ਚੀਜ਼ ਦੇ ਪੈਸੇ ਦਿੰਦੇ ਆ, ਉਹਨਾਂ ਨੂੰ ਵੀ ਪਤਾ ਕਿ ਉਹਨਾਂ ਦਾ ਕੀ ਕੰਮ ਹੈਗਾ। ਅਸੀਂ ਵੀ ਨਹੀਂ ਕਹਿੰਦੇ ਕਿ ਸੌਖਾ ਕੰਮ ਹੈਗਾ, ਅਸੀਂ ਤਾਂ ਕਹਿੰਦੇ ਬਹੁਤ ਔਖਾ ਕੰਮ ਹੈਗਾ, ਠੀਕ ਹੈ ਨਾ। ਬਟ ਐਦਾਂ ਬੈਠ ਕੇ ਜੇ ਤੁਸੀਂ ਕਹੋ ਕਿ ਅਸੀਂ ਤੁਹਾਨੂੰ ਬੈਠੇ ਨੂੰ ਵੀ ਪੈਸੇ ਦੇ ਦਈਏ, ਦੇਖੋ ਇਹ ਵੀ ਕੋਈ ਉਹ ਤਾਂ ਨਹੀਂ ਹੋਈ ਨਾ ਗੱਲ ਕਿ ਅਸੀਂ ਕਰ ਨਹੀਂ ਸਕਦੇ। ਚੇਤਾਵਨੀ ਦਿੱਤੀ ਆ, ਕਹਿੰਦੇ ਜੇਕਰ ਹੁਣ ਮੰਗਾਂ ਨਾ ਮੰਨੀਆਂ ਤਾਂ ਅਸੀਂ ਮੈਂ ਤੁਹਾਨੂੰ ਪੁੱਛਿਆ ਆਹ ਲਿਸਟ ਹੈ ਜੀ, ਆਹ ਲਿਸਟ ਹੈ ਇਹਦੇ ਵਿੱਚ ਦੱਸੋ ਕਿ ਕਿਹੜੀ ਮੰਗ ਹੈਗੀ ਜਿਹੜੀ ਇਹਨਾਂ ਦੀ ਪੂਰੀ ਨਹੀਂ ਹੋਈ ਹੈਗੀ, ਹੈ ਨਾ। ਇਹ ਮੈਨੂੰ ਕਲੀਅਰ ਦੱਸ ਦਿਓ ਕਿ ਇਹ ਚੋਂ ਕਿਹੜੀ ਮੰਗ ਪੂਰੀ ਨਹੀਂ ਹੋਈ, ਤੇ ਵਿਦ ਮੈਨੂੰ ਰਿਕਾਰਡ ਦੇ ਦੇਣ ਕਿ ਕਿਹੜੀ ਮੰਗ ਪੂਰੀ ਨਹੀਂ ਹੋਈ ਹੈ ਇਹਨਾਂ ਦੀ, ਠੀਕ ਹੈ ਨਾ। ਜੇ ਵਿਦ ਰਿਕਾਰਡ ਮੈਨੂੰ ਦਿੰਦੇ ਆ, ਜੇ ਮੇਰੇ ਵੱਲੋਂ ਬਣਦੀ ਫਿਰ ਕਾਰਵਾਈ ਨਹੀਂ ਕੀਤੀ ਜਾਂਦੀ, ਉਹ ਵੀ ਠੇਕੇਦਾਰ ਵਿਰੁੱਧ, ਫਿਰ ਮੈਂ ਜ਼ਿੰਮੇਵਾਰ ਹੈਗਾ। ਪਰ ਜੇ ਮੈਨੂੰ ਐਦਾਂ ਲਿਖ ਕੇ ਦੇ ਦੇਣਗੇ ਕਿ ESI ਦੀ ਸਹੂਲਤ ਦੇਣ ਸੰਬੰਧੀ, EPF ਦੀ ਸਹੂਲਤ ਦੇਣ ਸੰਬੰਧੀ, ਇਹਨਾਂ ਦੇ ਸਾਰਿਆਂ ਦੇ ਮੈਂ ਰੱਖੇ ਹੋਏ ਨੇ। ਆ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਇੱਕ ਠੇਕੇਦਾਰ ਦਾ ਨਾਮ ਲਿਆ ਜਿਹਨੇ ਨਹੀਂ ਦਿੱਤੇ, ਇਹ ਉਹਦੇ ਹੀ ਰਿਕਾਰਡ ਨੇ, ਇਹ ESI ਹੈ ਤੇ EPF ਦੇ ਚਲਾਨ ਨੇ, ਇਹ ਸਾਰੇ ਆਪਾਂ ਨਾਲ ਲਗਾਤੇ। ਇਹ ਮੈਂ ਆਪਣੇ ਦਫ਼ਤਰ ਦੇ ਰਿਕਾਰਡ ਵਿੱਚ ਪੇਸ਼ ਵੀ ਕਰਤੇ, ਠੀਕ ਹੈ ਜੀ। ਅਸੀਂ ਜਿਹੜੇ ਸਾਡੇ ਵੱਲੋਂ, ਉਸ ਤੋਂ ਇਲਾਵਾ ਇਹਨਾਂ ਨੇ ਲਿਖਿਆ ਹੈ ਸਾਰੇ ਕਾਮਿਆਂ ਨੂੰ ਲੇਬਰ ਕਮਿਸ਼ਨਰ ਦੇ ਪੱਤਰ ਅਨੁਸਾਰ ਬੋਨਸ ਦੇਣ ਸੰਬੰਧੀ। ਬੋਨਸ ਸਭ ਦੇ ਖਾਤਿਆਂ 'ਚ ਕ੍ਰੈਡਿਟ ਹੋ ਚੁੱਕਿਆ। ਇਹ ਕਿਸੇ ਦੇ ਵੀ ਖਾਤੇ ਤੋਂ ਜਾ ਕੇ ਤੁਸੀਂ ਉਹਨੂੰ ਪੜਤਾਲ ਕਰ ਸਕਦੇ ਹੋ। ਜਿਹੜੇ ਨੀਚੇ ਬੈਠੇ ਨੇ ਧਰਨੇ ਤੇ, ਉਹਨਾਂ ਦੇ ਵੀ ਚਲੇ ਗਿਆ। ਜਿਹੜੇ ਕੰਮ ਕਰ ਰਹੇ ਨੇ ਇਸ ਵੇਲੇ ਵੀ, ਸਿਰਫ ਧਰਨੇ ਵਾਲੇ ਨਹੀਂ ਨੇ ਜੇ। ਮੇਰੇ ਕੋਲ 150 EMPLOYEE ਹੈ, ਇਹ 'ਚ 15 ਹੀ ਨੇ ਜਿਹੜੇ ਖਰਾਬ ਕਰ ਰਹੇ ਨੇ। ਮੈਂ ਨਹੀਂ ਕਹਿੰਦਾ ਸਾਰੇ ਖਰਾਬ ਨੇ, ਉਹ 135 ਬੰਦੇ ਕੰਮ ਕਰ ਰਹੇ ਨੇ, 40 ਡਿਗਰੀ 'ਚ ਕੰਮ ਕਰ ਰਹੇ ਨੇ, ਕੱਸੀਆਂ ਵੀ ਚਲਾ ਰਹੇ ਨੇ, ਲੇਬਰ ਵੀ ਚਲਾ ਰਹੀ ਹੈ। ਆ ਡੇਲੀ ਦੀ ਮੇਰੇ ਕੋਲ ਰਿਪੋਰਟ ਆਉਂਦੀ ਕਿਹੜੇ ਬੰਦੇ ਕੰਮ ਕਰਦੇ ਨੇ। ਹੁਣ ਜਿਹੜੇ ਬੰਦੇ ਕੰਮ ਨਹੀਂ ਕਰ ਰਹੇ ਸਾਡੇ ਕੋਲ, ਉਹਨਾਂ ਬਾਰੇ ਦੇਖੋ ਜੀ, ਅਸੀਂ ਨਾ ਤੇ ਕੋਈ ਗਾਰੰਟੀ ਲੈ ਸਕਦੇ ਹਾਂ। ਇਹ ਅੱਜ ਦੀ ਫੋਟੋਆਂ ਨੇ, ਆ ਜਿਹੜੀ ਲੇਬਰ ਸਾਰੀ ਕੰਮ ਤੇ ਲੱਗੀ ਹੋਈ ਹੈ। ਇਹਨਾਂ ਦੇ ਵੀ EPF ਹੈਗੇ, ਇਹਨਾਂ ਦੇ ਵੀ ESI ਹੈਗੇ, ਇਹਨਾਂ ਦੇ ਵੀ ਬੋਨਸ ਹੈਗੇ ਆ।
ਤੇ ਇਹ ਕਿਉਂ ਨਹੀਂ ਆਪਣੇ ਉਹ ਕਰ ਰਹੇ, ਪ੍ਰਦਰਸ਼ਨ ਕਰ ਇਹ ਰਹੇ? ਲੱਗਦਾ ਨਹੀਂ ਵੀ ਠੇਕੇਦਾਰਾਂ ਕਰਕੇ ਮਹਿਕਮੇ ਦਾ ਨਾਮ ਬਦਨਾਮ ਹੋ ਰਿਹਾ, ਤੁਹਾਡਾ ਨਾਮ ਬਿਲਕੁਲ ਹੋ ਬਦਨਾਮ ਰਿਹਾ ਜੀ, ਬਿਲਕੁਲ ਹੋ ਰਿਹਾ, ਪਰ ਤੁਸੀਂ ਕਾਰਵਾਈ ਠੇਕੇਦਾਰਾਂ ਤੇ ਅਸੀਂ ਕਾਰਵਾਈ ਕਰੀ ਜਾ ਰਹੇ ਹਾਂ, ਇਹਨਾਂ ਦੀ ਕਟੌਤੀਆਂ ਵੀ ਕਰੀ ਜਾ ਰਹੇ ਹਾਂ, ਪਰ ਗੱਲ ਪਤਾ ਕੀ ਹੈ, ਇਹ ਦੋ ਮੂੰਹੀ ਤਲਵਾਰ ਹੋਈ ਪਈ ਹੈ। ਇੱਕ ਪਾਸੇ ਤਾਂ ਸਾਡਾ ਨੁਕਸਾਨ ਕਰ ਰਹੀ ਹੈ, ਇੱਕ ਪਾਸੇ ਠੇਕੇਦਾਰ ਦਾ ਨੁਕਸਾਨ ਕਰ ਰਹੀ ਹੈ। ਇੱਕ ਪਾਸੇ ਠੇਕੇਦਾਰ ਦਾ ਅਕਸ ਖਰਾਬ ਹੋ ਰਿਹਾ, ਇੱਕ ਪਾਸੇ ਡਿਪਾਰਟਮੈਂਟ ਦਾ ਅਕਸ ਖਰਾਬ ਹੋ ਰਿਹਾ, ਪਰ ਹੋ ਕਿਹਦੇ ਕਰਕੇ ਰਿਹਾ? ਉਹੀ ਕੁਝ 10-15 ਬੰਦੇ ਜਿਹੜੇ ਗਲਤ ਭੜਕਾ ਰਹੇ ਨੇ ਲੋਕਾਂ ਨੂੰ, ਜਿਹੜੇ ਉਹਨਾਂ ਨੂੰ ਕਹਿ ਰਹੇ ਕਿ ਤੁਸੀਂ ਇਹ ਨਜਾਇਜ਼ ਮੰਗਾਂ ਰੱਖੋ, ਅਸੀਂ ਪੂਰੀਆਂ ਕਰਾਵਾਂਗੇ। ਹੁਣ ਨਜਾਇਜ਼ ਮੰਗ ਕੀ ਹੈਗੀ ਇਹ ਵੀ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ, ਅੱਗੇ ਪੜੋ ਜੀ। ਸੰਬੰਧੀ ਇਹ ਕੇਸ ਜੀ ਇਹਨਾਂ ਦਾ 3 ਸਾਲ ਤੋਂ ਚੱਲ ਰਿਹਾ। ਹੁਣ ਜਿਹੜਾ ਠੇਕਾ ਵਿੱਚ ਮੁੱਕ ਗਿਆ, ਜਿਹੜਾ ਖਤਮ, ਠੇਕੇਦਾਰ ਹੀ ਮਰ ਗਿਆ, ਉਹਨੂੰ ਨਹੀਂ ਅਸੀਂ ਪੇਮੈਂਟ ਕੀਤੀ ਕੋਈ ਐਕਸਟਰਾ ਉਸ ਪੀਰੀਅਡ ਦੀ, ਉਹਨੇ ਅੱਗੇ ਨਹੀਂ ਇਹਨਾਂ ਨੂੰ ਕੋਈ ਪੇਮੈਂਟ ਕੀਤੀ ਐਕਸਟਰਾ ਉਸ ਪੀਰੀਅਡ ਦੀ। ਉਹਨੂੰ ਅੱਜ ਦੇ ਸਮੇਂ 'ਚ ਅਸੀਂ ਕਿੱਦਾਂ ਕਹਿ ਸਕਦੇ ਜਿਹੜਾ ਬੰਦਾ ਐਗਜ਼ਿਸਟ ਹੀ ਨਾ ਕਰੇ ਅੱਜ ਦੇ ਟਾਈਮ 'ਚ, ਤੇ ਉਹਨੂੰ ਅਸੀਂ ਕੋਈ ਪੈਸੇ ਦਿੱਤੇ ਨਹੀਂ। ਗੱਲਬਾਤ ਕਰੋਗੇ ਇਹਨਾਂ ਨਾਲ ਜਾ ਕੇ ਕੁਝ? ਨਹੀਂ, ਇਹ ਮੇਰੇ ਕੋਲ ਇਹਨਾਂ ਦੇ ਆਗੂ ਹੈਗੇ ਆ, ਉਹਨਾਂ ਦੋਨਾਂ ਨੂੰ ਮੇਰੇ ਵੱਲੋਂ ਖੁੱਲਾ ਸੱਦਾ ਕਿ ਜਦ ਮਰਜ਼ੀ ਆਣ ਆਪਣੀ ਪ੍ਰੋਬਲਮਾਂ ਲੈ ਕੇ ਆਣ। ਜੇ ਮੈਨੂੰ ਕਹਿਣਗੇ ਕਿ ਅਸੀਂ 20-25 ਬੰਦੇ ਦਫ਼ਤਰ ਵਿੱਚ ਦਾਖਲ ਹੁੰਦੇ ਨੇ, ਉਹ ਅਸੀਂ ਹੋਣ ਨਹੀਂ ਦੇਵਾਂਗੇ। ਦਫ਼ਤਰੀ ਕੰਮ 'ਚ ਦਿੱਕਤ ਹੁੰਦੀ ਹੈ ਸਾਨੂੰ, ਠੀਕ ਹੈ ਨਾ। ਜਿਹੜੇ ਇਹਨਾਂ ਦੇ ਆਗੂ ਨੇ ਉਹ ਮੋਸਟ ਵੈਲਕਮ ਨੇ, ਹਮੇਸ਼ਾ ਆਂਦੇ ਵੀ ਰਹੇ, ਜਿੱਦਾਂ ਤੁਹਾਨੂੰ ਦੱਸਿਆ 15-20 ਵਾਰ ਆਏ ਨੇ, ਤੇ 21ਵੀਂ ਵਾਰ ਵੀ ਉਹ ਆ ਸਕਦੇ ਸੀ, ਉਹਨਾਂ ਨੂੰ ਅਸੀਂ ਰੋਕਿਆ ਨਹੀਂ ਸੀਗਾ ਕਦੇ ਵੀ। ਅਸੀਂ ਤਾਂ ਫੋਨ ਕਰਕੇ ਰੋਡ ਜਾਮ ਕਰਨ ਦੀ ਚੇਤਾਵਨੀ ਦਿੱਤੀ ਹੈ, ਜੇਕਰ ਕਹਿੰਦੇ ਮੰਗਾਂ ਦੇਖੋ ਜੇ ਰੋਡ ਜਾਮ ਕਰਨਗੇ ਉਹਨਾਂ ਦੀ ਗਲਤੀ ਹੋਊਗੀ, ਉਹਨਾਂ ਦੀ ਗਲਤੀ ਹੋਊਗੀ, ਸਾਡੀ ਕਿੱਦਾਂ ਹੋਊਗੀ? ਤੁਹਾਨੂੰ ਮੈਂ ਕਹਿ ਰਿਹਾ ਮੰਗ ਤੇ ਆਪਾਂ ਚੱਲੀਏ। ਚਲੋ ਕਰੋਨਾ ਕਾਲ ਦਾ ਤੁਹਾਨੂੰ ਦੱਸਤਾ ਜੀ, ਕੇਸ ਅਸੀਂ ਉੱਚ ਅਧਿਕਾਰੀਆਂ 'ਚ ਭੇਜਿਆ ਹੋਇਆ, ਠੀਕ ਹੈ ਨਾ। ਇਹ ਉਸ ਲੈਵਲ ਤੇ ਫੈਸਲਾ ਹੋਣਾ। ਅੱਗੇ ਕਹਿ ਰਹੇ ਜੀ ਰਾਜਪੁਰਾ ਕਲੋਨੀ ਡੈਰੀ ਫਾਰਮ ਵਿਖੇ ਕਰਮਚਾਰੀ ਵਰਕਰਾਂ ਦੀ 7 ਦਿਨ ਦੀ ਤਨਖਾਹ ਦੇਣ ਸੰਬੰਧੀ ਆ ਜਿਹੜੀ ਜੀ 7/22 ਦੀ ਤਨਖਾਹ ਦੀ ਇਹ ਗੱਲ ਕਰ ਰਹੇ ਨੇ, ਇਹ ਸਾਡੇ ਦਫ਼ਤਰ ਵੱਲੋਂ ਉਸੇ ਟਾਈਮ ਤੇ ਜਾ ਕੇ ਭੇਜ ਦਿੱਤਾ ਗਿਆ ਸੀਗਾ, ਪਰ ਇਹ ਫੰਡ ਆਉਂਦੇ ਹੈਗੇ ਜੀ ਹੈੱਡ ਆਫਿਸ ਤੋਂ, ਠੀਕ ਹੈ ਨਾ। ਉਹ ਵੀ ਅਸੀਂ ਪਰਸਿਊ ਕਰਾ ਰਹੇ ਹਾਂ। ਜਿੱਦਣ ਇਹਨਾਂ ਦੇ ਫੰਡ ਆ ਜਾਣਗੇ, ਠੇਕੇਦਾਰ ਨੂੰ ਪੈਸੇ ਹਾਲੇ ਤੱਕ ਪੇਮੈਂਟ ਨਹੀਂ ਹੋਈ, ਤਾਂ ਕਰਕੇ ਇਹਨਾਂ ਦਾ ਬਕਾਇਆ ਖੜਾ। ਇਸ ਤੋਂ ਇਲਾਵਾ ਬੋਨਸ ਇਹਨਾਂ ਨੂੰ ਆਪਾਂ ਪਹਿਲਾਂ ਐਡਵਾਂਸ ਦਵਾਤਾ। ਇਹ ਨਹੀਂ ਹੈਗਾ ਕਿ ਠੇਕੇਦਾਰ ਨੇ ਕੋਈ ਇਹਨਾਂ ਦੇ ਪੈਸੇ ਹਾਲੇ ਤੱਕ ਮਾਰੇ ਹੋਏ ਆ। ਮਨਸੂਰ ਜੀ, ਬੋਨਸ ਜਿਹੜਾ ਖੜਾ ਤੁਸੀਂ ਜਿਹੜਾ ਕਹਿ ਰਹੇ ਹੋ, ਖੜਾ ਕਿੰਨੇ ਮਹੀਨੇ ਦਾ ਖੜਾ ਹੈ ਕਿ ਕਿੰਨੇ ਸਾਲ ਦਾ? ਜਿਹੜਾ ਇਹ ਕਹਿ ਰਹੇ ਆ ਨਾ ਜੀ, ਤਾਂ ਕਹਿ ਰਹੇ ਕਰੋਨਾ ਕਾਲ ਦੇ ਸਮੇਂ, ਇਹ ਪਤਾ ਕਦ ਦੀ ਗੱਲ ਕਰਦੇ ਜੀ? 19-20-21 ਦੀ। ਹਾਂਜੀ, ਜਦ ਕਰੋਨਾ ਕਾਲ ਸੀਗਾ। ਅੱਜ ਦੇਖੋ ਸਰਕਾਰ ਨੇ ਰੇਟ ਵਧਾਏ ਨਹੀਂ ਕੋਈ ਵੀ, ਸਰਕਾਰ ਨੇ ਰੇਟ ਆ ਕੇ 22-23 ਚ ਵਧਾਏ, ਠੀਕ ਹੈ ਜੀ। ਹੁਣ 22-23 ਦਾ ਜਿਹੜਾ ਡਿਸੀਜਨ ਲਾਗੂ ਕਰਨਾ ਹੈ ਉਹ ਕੰਪੀਟੈਂਟ ਅਥਾਰਟੀ ਨੇ ਕਰਨਾ ਹੈ। ਉਹ ਆਪਾਂ ਕੇਸ 2 ਸਾਲ ਮਨੀ ਆਪਾਂ 3 ਸਾਲ ਦਾ ਹੈ ਬੋਨਸ ਇਹਨਾਂ ਦਾ? ਨਹੀਂ ਬੋਨਸ ਨਹੀਂ ਆਏਗਾ ਜੀ ਉਸ ਪੀਰੀਅਡ ਚ। ਵਧੇ ਹੋਏ ਰੇਟ ਨੇ ਜਿਹੜੇ ਡੀਸੀ ਰੇਟ ਸਮੇਂ ਦੌਰਾਨ ਰਿਵਾਈਜ਼ ਹੁੰਦੇ ਨੇ ਨਾ, ਕਰੋਨਾ ਕਾਲ ਚ ਰਿਵਾਈਜ਼ ਨਹੀਂ ਹੋ ਪਾਏ, ਤੇ ਉਹਦੇ ਕਰਕੇ ਅੱਗੇ ਅਦਾਇਗੀ ਨਹੀਂ ਹੋਈ। ਸਰਕਾਰ ਨੇ ਕੀ ਕੀਤਾ, ਅੱਗੇ ਜਾ ਕੇ ਰਿਵਾਈਜ਼ ਕਰਤੇ। ਉਹ ਵੀ ਨੋਟੀਫਿਕੇਸ਼ਨ ਹੈਗੀ ਜਿਹੜੇ ਕਾਮੇ ਡਾਇਰੈਕਟ ਸਰਕਾਰ 'ਚ ਕੰਮ ਕਰ ਰਹੇ ਨੇ, ਉਹ ਥਰੂ ਕੰਟਰੈਕਟਰ ਦੇ ਲਈ ਨਹੀਂ ਹੈਗੀ ਨੋਟੀਫਿਕੇਸ਼ਨ। ਜਿਹੜੀ ਮੰਗ ਕਰ ਰਹੇ ਨੇ ਦੈਟ ਇਜ਼ ਨਾਟ ਫॉर them। ਉਹ ਉਹਨਾਂ ਦੀ ਮੰਗ ਸੀ ਕਿ ਉਹ ਕਰ ਸਕਦੇ, ਦੇਖੋ ਠੀਕ ਹੈ ਨਾ, ਕੁਝ ਵੀ ਮੰਗ ਕਰ ਸਕਦੇ, ਲੇਬਰ ਕਲਾਸ ਆਪਣੀ ਜਾਇਜ਼ ਮੰਗ ਕਰ ਸਕਦੇ ਆ, ਪਰ ਇਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਉਹ ਨੋਟੀਫਿਕੇਸ਼ਨ ਹੈਗੀ ਹੈ ਜਿਹੜੇ ਡਾਇਰੈਕਟ ਗਵਰਨਮੈਂਟ ਥਰੂ ਕੰਮ ਕਰ ਰਹੇ ਨੇ, ਐਡ ਹੌਕ ਕਰ ਰਹੇ ਨੇ, ਚਾਹੇ ਡੇਲੀ ਵੇਜਿਸ ਤੇ ਕਰ ਰਹੇ ਨੇ, ਚਾਹੇ ਜਿੱਦਾਂ ਵੀ ਕਰ ਰਹੇ ਨੇ, ਉਹ ਉਹਨਾਂ ਲਈ ਨੋਟੀਫਿਕੇਸ਼ਨ ਲਾਗੂ ਹੁੰਦੀ ਹੈ ਕਿ ਉਹ ਜਿਹੜੇ ਬੰਦੇ 2-3 ਸਾਲ ਤੋਂ ਸਰਕਾਰ 'ਚ ਕੰਮ ਕਰ ਰਹੇ ਸੀਗੇ, ਉਹਨਾਂ ਨੂੰ ਸਰਕਾਰ ਵੱਲੋਂ ਦਿੱਤਾ ਗਿਆ ਬੈਨੀਫਿਟ ਅੱਜ ਦੀ ਤਰੀਕ 'ਚ ਦਿੱਤਾ ਜਾਵੇ। ਉਹਨਾਂ ਦੇ ਏਰੀਅਰ ਬਣ ਰਹੇ ਨੇ ਤੇ ਉਹਨਾਂ ਨੂੰ ਪੇ ਵੀ ਹੋ ਗਏ ਨੇ। ਕਿਸੇ ਵੀ ਕੰਟਰੈਕਟਰ ਦੇ ਥਰੂ ਕੰਮ ਕੀਤੇ ਨੂੰ ਕਿਸੇ ਨੂੰ ਕੋਈ ਪੇਮੈਂਟ ਇਦਾਂ ਦੀ ਨਹੀਂ ਕੀਤੀ ਗਈ ਕਰੋਨਾ ਕਾਲ ਤੋਂ ਹਟਾ ਕੇ ਜੂਨੀਅਰ ਕਾਮੇ ਰੱਖਣ ਸੰਬੰਧੀ ਸੀਨੀਅਰ ਕਾਮੇ ਦੁਬਾਰਾ ਕੰਮ ਤੇ ਰੱਖੇ ਜਾਣ ਜੀ। ਨਾ ਸਾਡੇ ਕੋਲ ਉਹਨਾਂ ਦੀ ਕੋਈ ਸੀਨੀਅਰਿਟੀ ਆਉਂਦੀ ਹੈ, ਨਾ ਇਹਨਾਂ ਦੇ ਕੋਈ ਲਿਟਰੇਚਰ ਸਰਟੀਫਿਕੇਟ ਆਉਂਦੇ ਨੇ, ਨਾ ਇਹਨਾਂ ਦੀ ਕੋਈ ਪੜ੍ਹਤੇ ਲਿਖਤ ਦਾ ਸਰਟੀਫਿਕੇਟ ਆਉਂਦਾ। ਇਹ ਥਰੂ ਠੇਕੇਦਾਰ ਨੇ, ਠੇਕੇਦਾਰ ਡਿਸਾਈਡ ਕਰਦਾ ਹੈਗਾ ਕਿ ਇਹਨਾਂ ਨੇ ਕੰਮ ਕਰਨ ਲਾਇਕ ਹੈਗੇ ਆ। ਅਸੀਂ ਠੇਕੇਦਾਰ ਨੂੰ ਪਾਬੰਦ ਕਰ ਦਿੱਤਾ ਕਿ ਇਹ ਬੰਦੇ ਨੇ ਆ ਫਲਾਨਾ ITA ਦਾ ਕੋਰਸ ਕੀਤਾ ਹੋਵੇ, ਆ ਬੰਦੇ ਦਾ ਫਲਾਨਾ 5 ਸਾਲ ਦਾ ਐਕਸਪੀਰੀਅੰਸ ਹੋਵੇ। ਹੁਣ ਉਹਦਾ ਭਾਵੇਂ ਪੂਰੇ 5 ਦਾ ਹੋਵੇ, ਭਾਵੇਂ 50 ਦਾ ਹੋਵੇ, ਉਹ ਠੇਕੇਦਾਰ ਦੀ ਮਰਜ਼ੀ ਹੈ ਕਿ ਉਹਨੇ ਰੱਖਣਾ, ਉਹਨੇ ਦੇਖਣਾ ਕਿ ਕੰਮ ਕਰਦਾ ਕਿ ਨਹੀਂ ਕਰਦਾ। ਮੈਂ ਤੁਹਾਨੂੰ ਇੱਥੇ ਇਹ ਵੀ ਦੱਸ ਦਿੰਦਾ ਕਿ ਜਿਹੜੇ ਇਹ 2 ਬੰਦਿਆਂ ਦੀ ਗੱਲ ਕਰ ਰਹੇ ਨੇ, ਮੈਂ ਨਾਂ ਨਹੀਂ ਲੈਣਾ ਚਾਹੂੰਗਾ, ਉਹਨਾਂ ਦਾ ਜੋ ਮੈਨੂੰ ਠੇਕੇਦਾਰ ਵੱਲੋਂ ਰਿਸਪੌਂਸ ਪਤਾ ਲੱਗਿਆ ਹੈ ਕਿ ਜੀ ਉਹਨਾਂ ਨੇ ਜੇ ਪੰਪ ਆਪਰੇਟਰ ਹੈਗੇ ਆ ਤੇ ਉਹ ਕਹਿਣਗੇ ਜੀ ਅਸੀਂ ਸਿਰਫ ਬਟਨ ਨੱਪਣਾ। ਜੇ ਠੇਕੇਦਾਰ ਉਹਨਾਂ ਨੂੰ ਇੰਨਾ ਕਹਿ ਦੇਗਾ ਕਿ ਯਾਰ ਤੂੰ ਤਾਲਾ ਵੀ ਲਾ ਕੇ ਆਣਾ ਹੈ ਜਾਂ ਫਿਰ ਤੂੰ ਉੱਥੇ ਬੈਠਣਾ ਹੈ ਡਿਊਟੀ ਦੌਰਾਨ, ਤੇ ਉਹ ਉਹਨੂੰ ਕੰਮ 'ਚ ਮਨਾ ਕਰ ਦਿੰਦੇ ਆ। ਜਿਹੜੇ ਉਹਨਾਂ ਦੇ ਅਗੇਂਸਟ ਬੰਦੇ ਰੱਖੇ ਆ ਉਹ ਸਿਰਫ ਨਾ ਕਿ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਕਰ ਰਹੇ ਨੇ, ਉੱਥੇ ਮੌਕੇ ਤੇ ਪੂਰਾ ਸਪਲਾਈ ਆਰ 'ਚ ਉੱਥੇ ਬੈਠੇ ਮਿਲਦੇ ਨੇ। ਤੇ ਕਈ ਜਿਹੜੇ ਆਪਾਂ ਉਹਨਾਂ ਦੇ ਲੋਕਲ ਅਥਾਰਟੀ ਦੇ ਜਿਹੜੇ RWA ਦੇ ਮੈਂਬਰ ਨੇ, ਉਹਨਾਂ ਤੋਂ ਵੀ ਪੁਖਤਾ ਉਹਨਾਂ ਤੋਂ ਰਿਪੋਰਟ ਲਈ ਹੈ, ਕਹਿੰਦੇ ਕਿ ਜੀ ਇਹਨਾਂ ਦਾ ਕੰਮ ਬੈਟਰ ਹੈਗਾ, ਠੀਕ ਹੈ ਜੀ। ਹੁਣ ਇਹਦੇ ਬਾਰੇ ਅਸੀਂ ਤਾਂ ਵੈਸੇ ਹੀ ਕੁਝ ਨਹੀਂ ਕਰਨਾ ਸੀ, ਠੀਕ ਹੈ ਨਾ, ਪਰ ਮੈਂ ਫਿਰ ਵੀ ਇੱਕ ਪੱਖ ਰੱਖਦੇ ਹੋਏ ਇਹਨਾਂ ਦਾ, ਠੀਕ ਹੈ ਨਾ, ਮੈਂ ਆਪਣੇ ਪੱਧਰ ਤੇ ਰਿਪੋਰਟ ਲਈ ਹੈ ਕਿ ਮੈਨੂੰ ਕੰਮ ਨਾਲ ਮਤਲਬ ਹੈਗਾ ਕੰਮ 'ਚ ਕਿੱਦਾਂ ਨੇ ਬੰਦੇ। ਤੇ ਜੇ ਮੈਨੂੰ ਪਤਾ ਲੱਗ ਰਿਹਾ ਹੈ ਕਿ ਜਿਹੜਾ ਕੰਮ ਆਲਰੇਡੀ ਹੁਣ ਬੰਦਾ ਉੱਥੇ ਐਗਜ਼ਿਸਟਿੰਗ ਕਰ ਰਿਹਾ ਹੈ, ਜਿਹੜਾ ਠੇਕੇਦਾਰ ਵੱਲੋਂ ਰੱਖਿਆ ਗਿਆ, ਲੋੜ ਅਨੁਸਾਰ ਰੱਖਿਆ ਗਿਆ, ਉਹ ਠੀਕ ਕੰਮ ਕਰ ਰਿਹਾ, ਮੈਂ ਉਹਨੂੰ ਕੱਢ ਕੇ ਕਿਸੇ ਹੋਰ ਦੀ ਸਿਫਾਰਿਸ਼ ਨੂੰ ਨਹੀਂ ਰੱਖੂੰਗਾ।
ਜੀ ਠੀਕ ਹੈ ਕਿਸੇ ਦੀ ਸਿਫਾਰਿਸ਼ ਨਹੀਂ, ਠੀਕ। ਗਲਤ ਸਿਫਾਰਿਸ਼ ਕਿਸੇ ਦੀ ਨਹੀਂ ਚੱਲਦੀ। ਠੀਕ ਹੈ ਜੀ। ਮੈਰਿਟ ਤੇ ਹਰ ਬੰਦੇ ਦੀ ਮੰਗ ਪੂਰੀ ਕੀਤੀ ਜਾਏ। ਠੀਕ ਹੈ।